ਹਾਂਜੀ, ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬੇਟਾ ਅਸੀਂ +2 ਦਾ ਜਿਹੜਾ ਚੈਪਟਰ ਹੈ ਯੂਨਿਟ 1 ਦੇ ਵਿੱਚ 3rd ਜਿਹੜਾ ਪਾਰਟ ਆ ਉਹਦਾ ਪੋਲੀਟੀਕਲ, ਸੋਸ਼ਲ ਐਂਡ ਇਕਨੋਮਿਕ ਕੰਡੀਸ਼ਨਸ ਆਫ ਪੰਜਾਬ ਇਨ 16th ਸੈਂਚੁਰੀ 16ਵੀਂ ਸਦੀ ਦੇ ਆਰੰਭ ਦੇ ਵਿੱਚ ਪੰਜਾਬ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਦਸ਼ਾ ਉਹਦੇ ਬਾਰੇ ਅਸੀਂ ਇਸ ਚੈਪਟਰ ਦੇ ਵਿੱਚ ਪੜ੍ਹਨ ਵਾਲੇ ਹਾਂ। 16ਵੀਂ ਸਦੀ ਦੇ ਆਰੰਭ ਦੇ ਵਿੱਚ ਹਾਲਾਤ ਜਿਹੜੇ ਸੀਗੇ ਬਹੁਤ ਮਾੜੇ ਸੀਗੇ। ਜੇ ਆਪਾਂ ਰਾਜਨੀਤਿਕ ਪੱਖ ਤੋਂ ਗੱਲ ਕਰੀਏ ਤਾਂ ਪੋਲੀਟੀਕਲੀ देयर वाज ਇਨਸਟੈਬਿਲਿਟੀ ਐਂਡ ਅਨਾਰਕੀ। ਹਰ ਪਾਸੇ ਅਰਾਜਕਤਾ ਅਤੇ ਅਨਿਸ਼ਚਿਤਤਾ ਜਿਹੜੀ ਸੀ ਫੈਲੀ ਹੋਈ ਸੀ। ਵੱਡਾ ਕਾਰਨ ਇਹ ਸੀ ਕਿ ਬਾਰ-ਬਾਰ ਪੰਜਾਬ ਤੇ ਹਮਲੇ ਹੋ ਰਹੇ ਸੀ ਔਰ ਇਹਨਾਂ ਹਮਲਿਆਂ ਕਰਕੇ ਪੰਜਾਬ ਦੇ ਵਿੱਚ ਰਾਜ ਸਥਾਪਿਤ ਕਰਨਾ ਸ਼ਾਂਤੀ ਵਾਲਾ ਹਰੇਕ ਸ਼ਾਸਕ ਦੇ ਲਈ ਬੜਾ ਮੁਸ਼ਕਲ ਸੀ। ਰਾਜਨੀਤਿਕ ਪੱਖੋਂ ਅਸਥਿਰਤਾ ਤੇ ਅਰਾਜਕਤਾ ਫੈਲੀ ਹੋਈ ਸੀ। ਦੂਸਰੀ ਚੀਜ਼, ਪੰਜਾਬ ਜਿਹੜਾ ਸੀਗਾ ਉਹ ਸਦੀਆਂ ਤੋਂ ਗੁਲਾਮੀ ਦੇ ਵਿੱਚ ਰਹਿ ਰਿਹਾ ਸੀਗਾ ਔਰ ਜਿਸ ਕਰਕੇ ਪੰਜਾਬ ਦੀ ਜਿਹੜੀ ਸੋਸਾਇਟੀ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਬੁਰਾਈਆਂ ਆ ਚੁੱਕੀਆਂ ਸੀ। ਸੋ ਪੰਜਾਬ ਦੀ ਸਥਿਤੀ ਇਹੋ ਜਿਹੀ ਸੀ ਜਿਸ ਕਰਕੇ ਪੰਜਾਬ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਵਿੱਚ ਆਪਸੀ ਜਿਹੜਾ ਪਿਆਰ ਸੀ ਉਹ ਬਹੁਤ ਘਟ ਗਿਆ ਸੀ ਔਰ ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਬੁਰਾਈਆਂ ਸੀ ਜਿਨ੍ਹਾਂ ਵਿੱਚ ਜਾਤ ਪਾਤ ਤੋਂ ਲੈ ਕੇ ਊਚ ਨੀਚ ਤੋਂ ਲੈ ਕੇ ਬਹੁਤ ਸਾਰੀਆਂ ਬੁਰਾਈਆਂ ਜਿਹੜੀਆਂ ਉਹ ਇਹਦੇ ਵਿੱਚ ਆ ਗਈਆਂ ਸੀ। ਫਿਰ ਪੰਜਾਬ ਦੀ ਜਿਹੜੀ ਪੋਲਿਟਿਕਸ ਸੀਗੀ ਉਹਦੇ ਉੱਤੇ ਜਿਹੜਾ ਧਰਮ ਸੀਗਾ ਬਹੁਤ ਜ਼ਿਆਦਾ ਹਾਵੀ ਸੀ। ਪੰਜਾਬ ਲਗਾਤਾਰ ਮੁਸਲਮ ਸ਼ਾਸਕਾਂ ਦਾ ਅੱਡਾ ਬਣਿਆ ਹੋਇਆ ਸੀ ਜਿਸ ਕਰਕੇ ਪੰਜਾਬ ਦੇ ਵਿੱਚ ਰਾਜਨੀਤਿਕ ਪੱਖੋਂ ਜਿਹੜੇ ਇਸਲਾਮ ਧਰਮ ਨੂੰ ਬਿਲੋਂਗ ਕਰਦੇ ਸੀਗੇ ਜਾਂ ਮੁਸਲਮਾਨ ਸੀਗੇ ਉਹਨਾਂ ਦਾ ਥੋੜਾ ਜਿਹਾ ਅਪਰ ਹੈਂਡ ਸੀ, ਉਹਨਾਂ ਨੂੰ ਜ਼ਿਆਦਾ ਹੱਕ ਪ੍ਰਾਪਤ ਸੀ ਬਜਾਏ ਹਿੰਦੂਆਂ ਦੇ। ਫਿਰ ਜਿਹੜੇ ਪੰਜਾਬ ਦੇ ਗਵਰਨਰ ਸੀਗੇ ਉਹਨਾਂ ਕੋਲ ਬਹੁਤ ਜ਼ਿਆਦਾ ਸ਼ਕਤੀਆਂ ਜਿਹੜੀਆਂ ਸੀਗੀਆਂ ਉਹ ਸ਼ਾਸਕਾਂ ਨੇ ਦਿੱਤੀਆਂ ਹੋਈਆਂ ਸੀ। ਜ਼ਿਆਦਾ ਸ਼ਕਤੀਆਂ ਦੇ ਆ ਜਾਣ ਕਰਕੇ ਉਹਨਾਂ ਨੇ ਸੁਤੰਤਰ ਰੂਪ ਦੇ ਵਿੱਚ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਸਮੇਂ-ਸਮੇਂ ਤੇ ਸਾਜ਼ਿਸ਼ਾਂ ਜਿਹੜੀ ਸੀ ਉਹ ਕਰਦੇ ਰਹੇ ਸੀ। ਜਦੋਂ ਉਹਨਾਂ ਨੂੰ ਮੌਕਾ ਮਿਲਦਾ ਸੀਗਾ ਉਹ ਸਾਜ਼ਿਸ਼ਾਂ ਕਰਦੇ ਰਹਿੰਦੇ ਸੀ ਜਿਸ ਕਰਕੇ ਪੰਜਾਬ ਤੇ ਜਿਹੜੀ ਪਕੜ ਸੀ ਸ਼ਾਸਕਾਂ ਦੀ, ਪੰਜਾਬ ਤੇ ਜਿਹੜਾ ਕੰਟਰੋਲ ਸੀਗਾ ਸ਼ਾਸਕਾਂ ਦਾ ਉਹ ਨਹੀਂ ਸੀਗਾ, ਜਿਸ ਕਰਕੇ ਪੰਜਾਬ ਦੀ ਹਾਲਾਤ ਹੋਰ ਵੀ ਮਾੜੇ ਸੀ। ਪੰਜਾਬ ਵਿੱਚ ਲੋਕਾਂ ਦੀ ਭਲਾਈ ਵੱਲ ਕੋਈ ਵੀ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ, ਸਿਰਫ ਆਪਣਾ ਜਿਹੜਾ ਹਿੱਤ ਸੀਗਾ ਉਹੀ ਸ਼ਾਸਕ ਔਰ ਗਵਰਨਰ ਜਿਹੜੇ ਸੀ ਉਹ ਦੇਖ ਰਹੇ ਸੀ। ਫਿਰ ਲੋਕਤੰਤਰੀ ਹੱਕਾਂ ਪ੍ਰਤੀ ਜਾਗਰਤੀ ਜਿਹੜੀ ਸੀ ਉਹਦੀ ਬਹੁਤ ਜ਼ਿਆਦਾ ਕਮੀ ਸੀ। ਡੈਮੋਕ੍ਰੈਟਿਕ ਰਾਈਟਸ ਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀ, ਜਾਂ ਐਂ ਕਹਿ ਲਈਏ ਕਿ ਉਹਨਾਂ ਨੂੰ ਇਸ ਗੱਲ ਵੱਲੋਂ ਉਹਨਾਂ ਨੇ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ ਸੀ ਕਿ ਰਾਜਨੀਤਿਕ ਪੱਖੋਂ ਉਹਨਾਂ ਦੇ ਕੋਈ ਹੱਕ ਵੀ ਬਣਦੇ, ਕੋਈ ਲੋਕਤੰਤਰੀ ਹੱਕ ਵੀ ਬਣਦੇ ਆ। ਔਰ ਜੇ ਗੱਲ ਕਰੀਏ ਇਸਤਰੀਆਂ ਦੀ ਹਾਲਤ ਦੀ, ਤੇ ਇਸਤਰੀਆਂ ਦੀ ਜਿਹੜੀ ਦਸ਼ਾ ਸੀ ਉਹ ਬਹੁਤ ਜ਼ਿਆਦਾ ਮਾੜੀ ਸੀ। ਸਮਾਜ ਦੇ ਵਿੱਚ ਬਹੁਤ ਮਾੜੀਆਂ ਜਿਹੜੀਆਂ ਪ੍ਰਥਾਵਾਂ ਸੀ ਉਹ ਪ੍ਰਚਲਿਤ ਸੀਗੀਆਂ, ਜਿਹਦੇ ਵਿੱਚ ਜਿਸ ਤਰ੍ਹਾਂ ਸਤੀ ਪ੍ਰਥਾ ਸੀ, ਪਰਦਾ ਪ੍ਰਥਾ ਸੀ, ਬਾਲ ਵਿਆਹ ਸੀਗਾ, ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਮਾੜੀਆਂ ਪ੍ਰਥਾਵਾਂ ਸਮਾਜ ਦੇ ਵਿੱਚ ਪ੍ਰਚਲਿਤ ਸੀਗੀਆਂ। ਸੋ ਉਸ ਸਮੇਂ ਨੂੰ ਲੈ ਕੇ ਅਮੀਰ ਖੁਸਰੋ ਨੇ ਬਿਲਕੁਲ ਠੀਕ ਹੀ ਕਿਹਾ ਆ ਕਿ ਸ਼ਾਹੀ ਤਾਜ ਦਾ ਇੱਕ ਇੱਕ ਮੋਤੀ ਗਰੀਬ ਕਿਸਾਨਾਂ ਦੀਆਂ ਹੰਝੂਆਂ ਭਰੀਆਂ ਅੱਖਾਂ ਤੋਂ ਨਿਕਲਦੀ ਹੋਈ ਲਹੂ ਦੀ ਇੱਕ ਬੂੰਦ ਹੈ। ਸੋ ਜਿਸ ਤੋਂ ਪਤਾ ਲੱਗਦਾ ਕਿ ਉਥੋਂ ਦਾ ਜਿਹੜਾ ਉਸ ਸਮੇਂ ਦਾ ਜਿਹੜਾ ਰਾਜ ਪਾਟ ਸੀਗਾ ਉਹ ਗਰੀਬਾਂ ਦਾ ਖੂਨ ਚੂਸ ਕੇ ਜਿਹੜਾ ਰਾਜ ਪਾਟ ਸੀ ਉਹ ਸਥਾਪਿਤ ਕੀਤਾ ਗਿਆ ਸੀ। ਇਸੇ ਤਰ੍ਹਾਂ AC ਬੈਨਰਜੀ ਵੀ ਲਿਖਦੇ ਆ ਕਿ ਇਹ ਇੱਕ ਲੰਬਾ ਹਨੇਰੇ ਵਾਲਾ ਅਨਿਸ਼ਚਿਤ ਤੇ ਹਲਚਲ ਦਾ ਸਮਾਂ ਸੀ ਜਿਸ ਨੇ ਲੋਕਾਂ ਦੇ ਜੀਵਨ ਦੇ ਭਿੰਨ-ਭਿੰਨ ਪੱਖਾਂ ਉੱਤੇ ਆਪਣੇ ਗੰਦੇ ਦਾਗ ਛੱਡ ਦਿੱਤੇ ਸੀ। ਸੋ ਇਸ ਤੋਂ ਵੀ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਸ ਸਮੇਂ ਦਾ ਜਿਹੜਾ ਸਮਾਜ ਸੀ ਉਹਦੇ ਜਿਹੜੇ ਹਾਲਾਤ ਸੀਗੇ ਉਹ ਬਹੁਤ ਜ਼ਿਆਦਾ ਮਾੜੇ ਸੀ। ਸੋ ਰਾਜਨੀਤਿਕ ਦਸ਼ਾ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਸੀ ਉਸ ਸਮੇਂ ਦੇ ਵਿੱਚ ਲੋਧੀ ਜਿਹੜੇ ਸੁਲਤਾਨ ਸੀਗੇ ਉਹਨਾਂ ਦਾ ਸ਼ਾਸਨ ਪੰਜਾਬ ਵਿੱਚ ਸੀਗਾ ਔਰ ਲੋਧੀ ਵੰਸ਼ ਦਾ ਜਿਹੜਾ ਸੰਸਥਾਪਕ ਸੀ ਉਹ ਬਹਿਲੋਲ ਲੋਧੀ ਸੀ, ਜਿਹਨੇ ਕਿ 1451 ਦੇ ਵਿੱਚ ਲੋਧੀ ਵੰਸ਼ ਦੀ ਸ਼ੁਰੂਆਤ ਕੀਤੀ ਸੀ। ਉਹਦਾ ਸੰਸਥਾਪਕ ਵੀ ਸੀਗਾ ਔਰ ਉਹਨੇ ਪੰਜਾਬ ਵੱਲ ਖਾਸ ਧਿਆਨ ਦਿੱਤਾ। ਪੰਜਾਬ ਦੀ ਇੰਪੋਰਟੈਂਸ ਨੂੰ ਸਮਝਦੇ ਹੋਏ ਉਸ ਨੇ ਤਾਤਾਰ ਖਾਂ ਲੋਧੀ ਜਿਹੜਾ ਸੀਗਾ ਉਹਨੂੰ ਪੰਜਾਬ ਦਾ ਜਿਹੜਾ ਗਵਰਨਰ ਨਿਯੁਕਤ ਕੀਤਾ ਤੇ ਉਸ ਨੇ ਲਾਹੌਰ, ਦੀਪਾਲਪੁਰ, ਸਰਹਿੰਦ
ਇਹਨਾਂ ਦੇ ਜਿਹੜਾ ਸ਼ਾਸਨ ਕਰਨ ਦੇ ਜਿਹੜੇ ਪੂਰੇ ਅਧਿਕਾਰ ਸੀਗੇ ਉਹ ਤਾਤਾਰ ਖਾਨ ਲੋਧੀ ਨੂੰ ਦੇ ਦਿੱਤੇ ਸੀਗੇ। ਪਰ ਬਹੁਤ ਛੇਤੀ ਤਾਤਾਰ ਖਾਨ ਲੋਧੀ ਜਿਹੜਾ ਸੀਗਾ ਉਹਨੇ ਬਗਾਵਤ ਕਰ ਦਿੱਤੀ, ਔਰ ਫਿਰ ਉਸ ਤੋਂ ਬਾਅਦ ਉਹਦੀ ਬਗਾਵਤ ਨੂੰ ਦਬਾਉਣ ਦੇ ਲਈ ਉਹਨੇ ਆਪਣਾ ਪੁੱਤਰ ਜਿਹੜਾ ਸੀ ਸਿਕੰਦਰ ਲੋਧੀ ਉਹਨੂੰ ਭੇਜਿਆ ਸੀਗਾ, ਔਰ ਇਸ ਤਰ੍ਹਾਂ ਦੇ ਨਾਲ ਸਿਕੰਦਰ ਲੋਧੀ ਨੇ ਤਾਤਾਰ ਖਾਨ ਦੀ ਬਗਾਵਤ ਨੂੰ ਜਿਹੜਾ ਸੀ ਰੋਕ ਦਿੱਤਾ ਸੀਗਾ। ਸੋ ਬਹਿਲੋਲ ਲੋਧੀ ਤੋਂ ਬਾਅਦ ਜਿਹੜਾ ਸਿਕੰਦਰ ਲੋਧੀ ਸੀ, ਜਿਹੜਾ ਉਹਦਾ ਪੁੱਤਰ ਸੀਗਾ, ਉਹ ਤਖਤ ਉੱਤੇ ਬੈਠਾ 1489 ਦੇ ਵਿੱਚ, ਔਰ ਉਹ ਇਹਨਾਂ ਲੋਧੀ ਸੁਲਤਾਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸ਼ਾਸਕ ਵੀ ਮੰਨਿਆ ਜਾਂਦਾ ਆ। ਉਹ ਬਹੁਤ ਹੀ ਬੁੱਧੀਮਾਨ ਦਲੇਰ ਸ਼ਾਸਕ ਮੰਨਿਆ ਜਾਂਦਾ ਸੀਗਾ। ਉਹ ਬੜਾ ਦਿਆਲੂ ਸ਼ਾਸਕ ਵੀ ਮੰਨਿਆ ਜਾਂਦਾ ਸੀ। ਪਰ ਇਹ ਜਿੰਨੀਆਂ ਵੀ ਕੁਆਲਿਟੀਆਂ ਸੀਗੀਆਂ, ਇਹ ਸਾਰੀਆਂ ਦੀਆਂ ਸਾਰੀਆਂ ਕੁਆਲਿਟੀਆਂ ਸਿਰਫ ਤੇ ਸਿਰਫ ਜਿਹੜੇ ਮੁਸਲਮਾਨ ਲੋਕ ਸੀ ਜਾਂ ਇਸਲਾਮ ਧਰਮ ਨੂੰ ਮੰਨਣ ਵਾਲੇ ਸੀ, ਸਿਰਫ ਤੇ ਸਿਰਫ ਉਹਨਾਂ ਲਈ ਹੀ ਇਹੋ ਜਿਹਾ ਜਿਹੜੇ ਉਹਦਾ ਐਟੀਟਿਊਡ ਰਹਿੰਦਾ ਸੀ। ਜਿਹੜੇ ਗੈਰ ਮੁਸਲਮਾਨ ਲੋਕ ਸੀਗੇ ਜਾਂ ਜਿਹੜੇ ਹਿੰਦੂ ਲੋਕ ਸੀਗੇ, ਉਹਨਾਂ ਦੇ ਲਈ ਉਹਦਾ ਰਵੱਈਆ ਜਿਹੜਾ ਸੀ ਬਹੁਤ ਜ਼ਿਆਦਾ ਸਖਤ ਸੀਗਾ। ਔਰ ਇਸ ਲਈ ਉਸ ਦੇ ਰਾਜਕਾਲ ਦੇ ਵਿੱਚ ਵੀ ਪੰਜਾਬ ਦੀ ਜਿਹੜੀ ਸਥਿਤੀ ਸੀ ਉਹ ਮਾੜੀ ਹੀ ਰਹੀ ਸੀ। ਸੋ ਉਹਦੇ ਕਾਲ ਦੇ ਵਿੱਚ ਹੀ ਉਹਨੇ ਦੌਲਤ ਖਾਨ ਲੋਧੀ ਨੂੰ ਪੰਜਾਬ ਦਾ ਜਿਹੜਾ ਗਵਰਨਰ ਸੀਗਾ ਉਹ ਨਿਯੁਕਤ ਕੀਤਾ ਸੀ। ਉਸ ਤੋਂ ਬਾਅਦ ਸਿਕੰਦਰ ਲੋਧੀ ਤੋਂ ਬਾਅਦ ਇਬਰਾਹਿਮ ਲੋਧੀ ਜਿਹੜਾ ਸੀਗਾ ਉਹ ਤਖਤ ਉੱਤੇ ਬੈਠਾ 1517 ਦੇ ਵਿੱਚ, ਔਰ ਉਹਦੇ ਕਾਲ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹੋ ਗਏ। ਉਹ ਇੱਕ ਬਹੁਤ ਹੀ ਮੂਰਖ ਤੇ ਅਯੋਗ ਸ਼ਾਸਕ ਸਿੱਧ ਹੋਇਆ। ਉਹਦੇ ਸੁਭਾਅ ਦੇ ਵਿੱਚ ਚਿੜਚਿੜਾਪਨ ਬਹੁਤ ਜ਼ਿਆਦਾ ਸੀਗਾ, ਬਹੁਤ ਜਲਦੀ ਉਹ ਖਿੱਚ ਜਾਂਦਾ ਸੀਗਾ, ਔਰ ਆਪਣੇ ਜਿਹੜੇ ਅਧਿਕਾਰੀ ਸੀ ਉਹਨਾਂ ਉੱਤੇ ਬੇਫਜ਼ੂਲ ਦਾ ਜਿਹੜਾ ਭਾਰ ਸੀ ਉਹ ਪਾਉਂਦਾ ਸੀਗਾ, ਜਿਸ ਕਰਕੇ ਉਹਦੇ ਜਿਹੜੇ ਅਧਿਕਾਰੀ ਸੀ, ਜ਼ਿਆਦਾਤਰ ਅਧਿਕਾਰੀ ਜਿਹੜੇ ਸੀਗੇ ਉਹ ਬਗਾਵਤਾਂ ਦੇ ਉੱਤਰ ਆਏ ਸੀ। ਔਰ ਉਹਦੀ ਇਸ ਕਮਜ਼ੋਰ ਸਥਿਤੀ ਦਾ ਫਾਇਦਾ ਚੱਕ ਕੇ ਪੰਜਾਬ ਦਾ ਜਿਹੜਾ ਗਵਰਨਰ ਉਸ ਸਮੇਂ ਸੀ ਉਹ ਦੌਲਤ ਖਾਨ ਲੋਧੀ ਸੀਗਾ, ਔਰ ਉਹ ਪੰਜਾਬ ਦੇ ਵਿੱਚ ਇੱਕ ਸੁਤੰਤਰ ਰਾਜ ਸਥਾਪਿਤ ਕਰਨਾ ਚਾਹੁੰਦਾ ਸੀਗਾ। ਔਰ ਇਸ ਦੇ ਕਾਲ ਦੇ ਵਿੱਚ, ਇਬਰਾਹਿਮ ਲੋਧੀ ਦੇ ਕਾਲ ਦੇ ਵਿੱਚ ਸਾਜ਼ਿਸ਼ਾਂ ਦੀ ਇੰਨੀ ਕੁ ਜ਼ਿਆਦਾ ਭਰਮਾਰ ਹੋ ਗਈ ਕਿ ਇਬਰਾਹਿਮ ਲੋਧੀ ਦੇ ਲਈ ਇਹਨਾਂ ਸਾਜ਼ਿਸ਼ਾਂ ਉੱਤੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਗਿਆ, ਔਰ ਉਹਦਾ ਸਾਰਾ ਦਾ ਸਾਰਾ ਸਮਾਂ ਇਹਨਾਂ ਸਾਜ਼ਿਸ਼ਾਂ ਨੂੰ ਕੰਟਰੋਲ ਕਰਨ ਤੇ ਹੀ ਲੱਗ ਜਾਂਦਾ ਸੀ। ਸੋ ਜੇ ਗੱਲ ਕਰੀਏ ਦੌਲਤ ਖਾਨ ਲੋਧੀ ਦੀ, ਸੋ ਦੌਲਤ ਖਾਨ ਲੋਧੀ ਜਿਹੜਾ ਕਿ ਉਸ ਸਮੇਂ ਪੰਜਾਬ ਦਾ ਗਵਰਨਰ ਵੀ ਨਿਯੁਕਤ ਕੀਤਾ ਹੋਇਆ ਸੀਗਾ, ਉਹ ਸੁਤੰਤਰ ਸ਼ਾਸਕ ਬਣਨ ਦੇ ਸੁਪਨੇ ਲੈਣ ਲੱਗ ਪਿਆ, ਔਰ ਇਸ ਕੰਮ ਨੂੰ ਪੂਰਾ ਕਰਨ ਦੇ ਲਈ ਉਹਨੇ ਆਪਣੇ ਪੁੱਤਰਾਂ ਗਾਜ਼ੀ ਖਾਂ, ਦਿਲਾਵਰ ਖਾਂ, ਇਹਨਾਂ ਦੇ ਨਾਲ ਮਿਲ ਕੇ ਜਿਹੜਾ ਸਾਜ਼ਿਸ਼ਾਂ ਸੀਗੀਆਂ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਉਹਦੇ ਮਾੜੇ ਭਾਗਾਂ ਨੂੰ ਇਬਰਾਹਿਮ ਲੋਧੀ ਨੂੰ ਇਹਨਾਂ ਕਨਸਪੀਰੇਸੀਜ਼ ਦਾ, ਇਹਨਾਂ ਚਾਲਾਂ ਦਾ ਪਤਾ ਚੱਲ ਗਿਆ, ਔਰ ਇਬਰਾਹਿਮ ਲੋਧੀ ਨੇ ਬੜੀ ਸਖਤੀ ਦੇ ਨਾਲ ਉਹਨੂੰ ਆਪਣੇ ਦਰਬਾਰ ਦੇ ਵਿੱਚ ਹਾਜ਼ਰ ਹੋਣ ਦੇ ਲਈ ਜਿਹੜਾ ਸੀ ਕਿਹਾ। ਹੁਣ ਦੌਲਤ ਖਾਨ ਲੋਧੀ ਇਹ ਸਮਝ ਗਿਆ ਸੀਗਾ ਕਿ ਉਹ ਕਿਸੇ ਵੱਡੀ ਮੁਸੀਬਤ ਵਿੱਚ ਫਸ ਜਾਏਗਾ, ਇਸ ਲਈ ਉਹਨੇ ਆਪਣਾ ਜਿਹੜਾ ਪੁੱਤਰ ਸੀ ਦਿਲਾਵਰ ਖਾਂ ਉਹਨੂੰ ਭੇਜਿਆ ਦੌਲਤ ਖਾਨ ਲੋਧੀ ਦੇ ਕੋਲ ਕਿ ਉਹ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਇਬਰਾਹਿਮ ਲੋਧੀ ਆ ਉਹਦੇ ਕੋਲ ਚਲਾ ਜਾਵੇ। ਸੋ ਉਹਦਾ ਜਿਹੜਾ ਪੁੱਤਰ ਸੀ ਉੱਥੇ ਜਦੋਂ ਗਿਆ ਤੇ ਉਹਨੂੰ ਕੈਦ ਕਰ ਲਿਆ ਗਿਆ, ਇਬਰਾਹਿਮ ਲੋਧੀ ਨੇ ਉਹਨੂੰ ਕੈਦ ਕਰ ਲਿਆ। ਪਰ ਉਹਦੀ ਕਿਸਮਤ ਚੰਗੀ ਸੀ ਕਿ ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਨਿਕਲ ਆਇਆ। ਸੋ ਇਸ ਦੇ ਨਾਲ ਹੀ ਦੌਲਤ ਖਾਨ ਲੋਧੀ ਨੇ ਇਬਰਾਹਿਮ ਲੋਧੀ ਦਾ ਜਿਹੜਾ ਮਤਰਿਆ ਭਰਾ ਸੀ ਆਲਮ ਖਾਨ ਲੋਧੀ, ਉਹਦੇ ਨਾਲ ਵੀ ਮਿਲ ਕੇ ਜਿਹੜੀਆਂ ਸਾਜ਼ਿਸ਼ਾਂ ਸੀਗੀਆਂ, ਜਿਹੜਾ ਬਾਬਰ ਨੂੰ ਸੱਦਾ ਦਿੱਤਾ ਸੀਗਾ, ਉਹ ਉਹਦੇ ਨਾਲ ਮਿਲ ਕੇ ਹੀ ਸੱਦਾ ਦਿੱਤਾ ਸੀਗਾ। ਸੋ ਇਸ ਤਰ੍ਹਾਂ ਦੇ ਨਾਲ 1519 ਤੋਂ ਲੈ ਕੇ 1526 ਤੱਕ ਦਾ ਜਿਹੜਾ ਸਮਾਂ ਸੀ, ਇਹ ਅਰੀਨਾ ਇਹੋ ਜਿਹਾ ਸੀਗਾ, ਇਹ ਸਮਾਂ ਇਹੋ ਜਿਹਾ ਸੀਗਾ ਜਿਹਨੂੰ ਕਿ ਤਿਕੋਣੇ ਸੰਘਰਸ਼ ਦਾ ਅਖਾੜਾ ਜਿਹੜਾ ਉਹ ਮੰਨਿਆ ਜਾਂਦਾ। ਇਹਦੇ ਵਿੱਚ ਤਿੰਨ ਜਾਣੇ ਸੀਗੇ, ਇਬਰਾਹਿਮ ਲੋਧੀ, ਦੌਲਤ ਖਾਨ ਲੋਧੀ ਔਰ ਬਾਬਰ। ਤਿੰਨੋਂ ਹੀ ਰਾਜ ਲੈਣਾ ਚਾਹੁੰਦੇ ਸੀਗੇ। ਸੋ ਹੁਣ ਗੱਲ ਕਰੀਏ ਜੇ ਬਾਬਰ ਦੇ ਪੰਜਾਬ ਦੇ ਉੱਤੇ ਹਮਲਿਆਂ ਦੀ। ਸੋ ਬਾਬਰ ਨੇ ਭਾਵੇਂ ਕਿ ਜਿਹੜਾ ਦੌਲਤ ਖਾਨ ਲੋਧੀ ਦੇ ਸੱਦੇ ਕਰਕੇ ਪੰਜਾਬ ਉੱਤੇ ਹਮਲਾ ਕੀਤਾ ਸੀ, ਪਰ ਉਹਦੇ ਪਿੱਛੇ ਉਹਦੇ ਆਪਣੇ ਵੀ ਕਈ ਮੰਤਵ ਸੀਗੇ। ਸੋ ਇਸ ਲਈ ਜਿਹੜਾ ਦੌਲਤ ਖਾਨ ਲੋਧੀ ਦਾ ਸੱਦਾ ਸੀ, ਉਹਨੇ ਬਾਬਰ ਦੇ ਭਾਰਤ ਵੱਲ ਜਿਹੜਾ ਇੰਟਰਸਟ ਸੀਗਾ ਉਹਦਾ ਹੋਰ ਜ਼ਿਆਦਾ ਵਧਾ ਦਿੱਤਾ। ਇਸ ਲਈ ਬਾਬਰ ਨੇ ਪੰਜਾਬ ਦੇ ਵੱਲ ਹਮਲੇ ਜਿਹੜੇ ਸੀਗੇ 1519 ਦੇ ਵਿੱਚ ਸ਼ੁਰੂ ਕੀਤੇ।
ਸੋ ਪਹਿਲੇ ਜਿਹੜੇ ਦੋ ਹਮਲੇ ਸੀਗੇ ਬਾਬਰ ਨੇ ਉਹ 1519 ਦੇ ਵਿੱਚ ਕੀਤੇ ਸੀਗੇ, ਪੰਜਾਬ ਦੇ ਜਾਂ ਭਾਰਤ ਦੇ ਕਹਿ ਲਈਏ ਸਰਹੱਦੀ ਇਲਾਕਿਆਂ ਉੱਤੇ ਉਹਨੇ ਹਮਲੇ ਕੀਤੇ ਸੀਗੇ। ਔਰ ਉਹਨੂੰ ਇਹਨਾਂ ਹਮਲਿਆਂ ਦੇ ਦੌਰਾਨ ਵਾਪਸ ਜਾਣਾ ਪੈਂਦਾ ਸੀਗਾ ਕਿਉਂਕਿ ਪਿੱਛੇ ਜਿਹੜੇ ਹਾਲਾਤ ਸੀਗੇ ਕਾਬਲ ਵੱਲ ਉਹ ਉਹਨਾਂ ਤੇ ਕੰਟਰੋਲ ਕਰਨ ਦੇ ਲਈ ਉੱਥੇ ਬਗਾਵਤ ਨਾ ਹੋ ਜਾਏ, ਇਸ ਕਰਕੇ ਉਹਨੂੰ ਵਾਪਸ ਜਾਣਾ ਪੈਂਦਾ ਸੀਗਾ। ਸੋ ਉਹਦੇ ਜਿਹੜਾ ਤੀਸਰਾ ਹਮਲਾ ਸੀ ਬਾਬਰ ਦਾ, ਜਿਹੜਾ ਕਿ 1520 ਦੇ ਵਿੱਚ ਬਾਬਰ ਨੇ ਹਮਲਾ ਕੀਤਾ ਸੀਗਾ, ਉਸ ਹਮਲੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨੇ ਵੀ ਪਾਪਾਂ ਦੀ ਜੰਜ ਦੇ ਨਾਲ ਕੀਤੀ ਸੀ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਜਿਹੜੇ ਹਮਲੇ ਸੀਗੇ ਭਾਰਤ ਦੇ ਲਈ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਕਿੰਨੇ ਮਾੜੇ ਸੀਗੇ। ਸੋ ਇਹ ਬਹੁਤ ਹੀ ਇੰਪੋਰਟੈਂਟ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ। ਪਾਣੀਪਤ ਦੀ ਲੜਾਈ, ਪਾਣੀਪਤ ਦੀਆਂ ਤਿੰਨੇ ਲੜਾਈਆਂ ਬੜੀਆਂ ਇੰਪੋਰਟੈਂਟ ਆ ਔਰ ਇਹ ਪਹਿਲੀ ਲੜਾਈ ਉਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ, ਸਿਰਫ ਐਗਜ਼ਾਮੀਨੇਸ਼ਨ +2 ਦੇ ਲਈ ਨਹੀਂ, ਜੇ ਕਿਤੇ ਕੰਪੀਟੀਸ਼ਨ ਐਗਜ਼ਾਮਸ ਦੇ ਵਿੱਚ ਵੀ ਆਪਾਂ ਬੈਠੀਏ ਤਾਂ ਉੱਥੇ ਵੀ ਪਾਣੀਪਤ ਦੀ ਲੜਾਈ ਦੇ ਬਾਰੇ ਕੋਈ ਨਾ ਕੋਈ ਕੁਐਸਚਨ ਜਿਹੜੇ ਆ ਉਹ ਜ਼ਰੂਰ ਆਉਂਦੇ ਆ। ਸੋ ਇਸ ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਸੀ ਇਹਨੂੰ ਅਸੀਂ ਇਸ ਐਨੀਮੇਸ਼ਨ ਦੇ ਨਾਲ ਸਮਝ ਸਕਦੇ ਹਾਂ। ਬਾਬਰ ਜਿਹੜਾ ਕਿ ਕਾਬਲ ਤੋਂ ਆ ਰਿਹਾ ਸੀ ਔਰ ਭਾਰਤ ਦੇ ਵਿੱਚ ਜਿਹੜਾ ਤੁਸੀਂ ਹਰੇ ਰੰਗ ਨਾਲ ਦੇਖ ਰਹੇ ਹੋ, ਇਸ ਹਰੇ ਰੰਗ ਦੇ ਵਿੱਚ ਇਬਰਾਹਿਮ ਲੋਧੀ ਦਾ ਸਾਰਾ ਜਿਹੜਾ ਸ਼ਾਸਨਕਾਲ ਸੀ ਔਰ 1526 ਦੀ ਇਸ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਦੋਨਾਂ ਦੇ ਵਿੱਚ ਸੰਘਰਸ਼ ਹੋਇਆ ਔਰ ਇਸ ਸੰਘਰਸ਼ ਦੀ ਜਿੱਤ ਦਾ ਕਾਰਨ ਜਿਹੜਾ ਸੀਗਾ ਉਹ ਬਾਬਰ ਦੀ ਬਿਹਤਰ ਰਣਨੀਤੀ ਸੀ। ਇਹ ਪਾਣੀਪਤ ਦੇ ਮੈਦਾਨ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਬਾਬਰ ਨੇ ਬੜੀ ਯੋਜਨਾਬੱਧ ਤਰੀਕੇ ਦੇ ਨਾਲ ਆਪਣੀ ਸੈਨਾ ਜਿਹੜੀ ਸੀ ਉਹਨੂੰ ਲਗਾਇਆ ਸੀਗਾ। ਇੱਕ ਪਾਸੇ ਜਿਹੜਾ ਸੀਗਾ ਉਹਨੇ ਖਾਈ ਖੁਦਵਾਈ ਸੀ, ਸਭ ਤੋਂ ਅੱਗੇ ਉਹਨੇ ਜਿਹੜੀਆਂ ਸੀ ਤੋਪਾਂ ਸੀਗੀਆਂ ਉਹ ਰਖਵਾਈਆਂ ਸੀਗੀਆਂ ਔਰ ਤੋਪਾਂ ਦੇ ਪਿੱਛੇ ਉਹਦੇ ਘੋੜਸਵਾਰ ਸੀ ਔਰ ਸਾਰਿਆਂ ਦੇ ਪਿੱਛੇ ਉਹ ਆਪ ਸੀ। ਦੂਜੇ ਪਾਸੇ ਜੇ ਇਬਰਾਹਿਮ ਲੋਧੀ ਦੀ ਗੱਲ ਕਰੀਏ ਤਾਂ ਉਹਨੇ ਸਭ ਤੋਂ ਅੱਗੇ ਹਾਥੀਆਂ ਦੀ ਸੈਨਾ ਰੱਖੀ ਸੀ, ਜਿਹੜਾ ਕਿ ਉਹਨੂੰ ਉਮੀਦ ਸੀ ਕਿ ਇਹਦੇ ਨਾਲ ਦੁਸ਼ਮਣ ਨੂੰ ਡਰਾਇਆ ਜਾ ਸਕਦਾ, ਪਰ ਹੋਇਆ ਉਲਟਾ ਇਹ ਕਿ ਉਹਦੀਆਂ ਤੋਪਾਂ ਦੇ ਨਾਲ ਜਿਹੜੇ ਹਾਥੀ ਸੀਗੇ ਉਹ ਬਹੁਤ ਬੁਰੀ ਤਰ੍ਹਾਂ ਨਾਲ ਉਹ ਘਾਇਲ ਹੋ ਗਏ ਔਰ ਉਲਟਾ ਉਹਨਾਂ ਨੇ ਆਪਣੀ ਸੈਨਾ ਵੱਲ ਚੜ੍ਹਾਈ ਕਰ ਦਿੱਤੀ। ਥੋੜੇ ਬਹੁਤ ਸੈਨਿਕਾਂ ਨੇ ਕੋਸ਼ਿਸ਼ ਕੀਤੀ ਕਿ ਉਹ ਬਾਬਰ ਦੇ ਸੈਨਾ ਨੂੰ ਹਰਾਉਣ ਜਾਂ ਉਹਦੇ ਪਿੱਛੋਂ ਦੀ ਘੇਰਾ ਪਾਉਣ, ਪਰ ਬਾਬਰ ਦੀਆਂ ਤੋਪਾਂ ਦੇ ਸਾਹਮਣੇ ਉਹਨਾਂ ਦੀ ਇੱਕ ਨਹੀਂ ਚੱਲੀ। ਉਹਨਾਂ ਦੇ ਜਿਹੜੇ ਹਾਥੀ ਸੀ, ਬਹੁਤ ਸਾਰੀ ਸੈਨਾ ਉਹਨਾਂ ਨੇ ਤਬਾਹ ਕਰ ਦਿੱਤੀ ਔਰ ਇਸ ਤਰ੍ਹਾਂ ਦੇ ਨਾਲ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਬਾਬਰ ਦੀ ਸੈਨਾ ਥੋੜੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਬਰਾਹਿਮ ਲੋਧੀ ਦੀ ਸੈਨਾ ਨੂੰ ਚਾਰੇ ਪਾਸਿਓਂ ਘੇਰ ਲਿਆ ਔਰ ਉਹਨਾਂ ਤੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਮਲੇ ਜਿਹੜੇ ਸੀ ਕਰਨ ਲੱਗ ਪਏ ਔਰ ਇਹਦੇ ਵਿੱਚ ਹੌਸਲਾ ਅਫਜ਼ਾਈ ਦੇ ਲਈ ਬਾਬਰ ਵੀ ਆਪਣੀ ਸੈਨਾ ਦੇ ਨਾਲ ਹੀ ਰਣਭੂਮੀ ਵਿੱਚ ਆ ਗਿਆ ਔਰ ਇਹ ਵੇਖ ਕੇ ਇਬਰਾਹਿਮ ਲੋਧੀ ਜਿਹੜਾ ਸੀ ਉਹਨੇ ਵੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਸੈਨਿਕਾਂ ਦਾ ਹੌਸਲਾ ਵਧਾਏ, ਪਰ ਉਹ ਨਾਕਾਮਯਾਬ ਰਿਹਾ ਔਰ ਇਸ ਲੜਾਈ ਦੇ ਵਿੱਚ ਬਾਬਰ ਦੀ ਜੇ ਸੈਨਾ, ਬਾਬਰ ਦਾ ਜਿਹੜਾ ਕਹਿ ਸਕਦੇ ਹਾਂ ਕਿ ਤੋਪਾਂ ਔਰ ਬਿਹਤਰ ਯੋਜਨਾ, ਇਹਨਾਂ ਕਾਰਨਾਂ ਕਰਕੇ ਬਾਬਰ ਇਸ ਲੜਾਈ ਦੇ ਵਿੱਚ ਜਿੱਤ ਗਿਆ। ਬਹੁਤ ਸਾਰੇ ਇਤਿਹਾਸਕਾਰ ਇਹ ਮੰਨਦੇ ਆ ਕਿ ਬਾਬਰ ਕੋਲ ਸੈਨਾ ਬਹੁਤ ਥੋੜੀ ਸੀ। ਦੂਜੇ ਪਾਸੇ ਬਾਬਰ ਕੋਲ ਇਹ ਮੰਨਿਆ ਜਾਂਦਾ ਕਿ ਲਗਭਗ 25-30 ਹਜ਼ਾਰ ਦੇ ਕਰੀਬ ਹੀ ਸੈਨਾ ਸੀ। ਦੂਜੇ ਪਾਸੇ ਇਬਰਾਹਿਮ ਲੋਧੀ ਕੋਲ ਮੰਨਿਆ ਜਾਂਦਾ ਹੈ ਕਿ ਲਗਭਗ 1 ਲੱਖ ਦੇ ਕਰੀਬ ਜਿਹੜੀ ਉਹਦੀ ਸੈਨਾ ਸੀ। ਉਹਦੇ ਬਾਵਜੂਦ ਵੀ ਐਡੀ ਵੱਡੀ ਸੈਨਾ ਨੂੰ ਬਾਬਰ ਨੇ ਹਰਾ ਲਿਆ। ਸੋ ਦੂਜੇ ਪਾਸੇ ਜਿਹੜਾ ਇਬਰਾਹਿਮ ਲੋਧੀ ਸੀ ਉਹਦੀ ਜਿਹੜੀ ਸੈਨਾ ਨਹੀਂ ਸੀ, ਉਹ ਇੱਕ ਭੀੜ ਸੀ ਔਰ ਭੀੜ ਨੂੰ ਹਰਾਉਣਾ ਬਹੁਤ ਹੀ ਆਸਾਨ ਹੁੰਦਾ ਹੈ। ਹੁਣ ਤੱਕ ਦੀ ਜਿਹੜੀ ਦੁਹਰਾਈ ਆ ਉਹ ਅਸੀਂ ਕਰ ਲਈਏ। ਸੋ ਸਭ ਤੋਂ ਪਹਿਲਾਂ ਦੁਹਰਾਈ ਦੇ ਵਿੱਚ ਕੁਐਸਚਨ ਆਉਂਦਾ ਆ ਕਿ ਕੀ ਪੰਜਾਬ ਦੀ ਰਾਜਨੀਤੀ ਤੇ ਕਿਸੇ ਖਾਸ ਧਰਮ ਦਾ ਪ੍ਰਭਾਵ ਸੀ? ਇਸਲਾਮ ਧਰਮ ਜਾਂ ਮੁਸਲਿਮ ਧਰਮ ਸੀ ਜਿਹੜਾ ਕਿ ਉਸ ਸਮੇਂ ਦੀ ਰਾਜਨੀਤੀ ਤੇ ਖਾਸ ਪ੍ਰਭਾਵ ਸੀ। ਦੂਸਰਾ ਸਵਾਲ ਇਹ ਹੈ ਕਿ ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ? ਸੋ ਲੋਧੀ ਵੰਸ਼ ਦਾ ਸੰਸਥਾਪਕ ਬਹਿਲੋਲ ਲੋਧੀ ਸੀ। ਅਗਲਾ ਸਵਾਲ ਆਉਂਦਾ ਆ ਕਿ ਲੋਧੀ ਵੰਸ਼ ਦਾ ਸਭ ਤੋਂ ਅਯੋਗ ਸ਼ਾਸਕ ਜਿਹੜਾ ਸੀ ਉਹ ਕੌਣ ਸਾਬਿਤ ਹੋਇਆ ਸੀਗਾ? ਸੋ ਉਹ ਸੀਗਾ ਇਬਰਾਹਿਮ ਲੋਧੀ। ਅਗਲਾ ਸਵਾਲ ਬਣਦਾ ਕਿ ਦੌਲਤ ਖਾਨ ਲੋਧੀ ਸੁਤੰਤਰ ਸ਼ਾਸਕ ਬਣਨ ਦੇ ਸੁਪਨੇ ਦੇਖਣ ਲੱਗਾ ਸੀ। ਕੀ ਇਹ ਸਹੀ ਗੱਲ ਆ ਜਾਂ ਗਲਤ ਗੱਲ ਆ? ਹਾਂਜੀ, ਸੋ ਬਿਲਕੁਲ ਸਹੀ ਗੱਲ ਹੈ ਇਹ। ਉਸ ਤੋਂ ਬਾਅਦ ਬੜਾ ਹੀ ਇੰਪੋਰਟੈਂਟ ਸਵਾਲ ਕਿ ਪਾਣੀਪਤ ਦੀ ਪਹਿਲੀ ਲੜਾਈ ਡੈਸ਼ ਵਿੱਚ ਹੋਈ, ਕਦੋਂ ਹੋਈ ਸੀ? ਸੋ ਉਹ ਸੀ 1526 ਦੇ ਵਿੱਚ, 1526 ਦੇ ਵਿੱਚ ਫਸਟ ਬੈਟਲ ਆਫ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ।
ਸੋ ਹੁਣ ਅਸੀਂ ਗੱਲ ਕਰਦੇ ਆ ਉਸ ਸਮੇਂ ਦੀ ਸਮਾਜਿਕ ਹਾਲਾਤਾਂ ਦੇ ਬਾਰੇ, ਸੋਸ਼ਲ ਕੰਡੀਸ਼ਨਸ ਇਨ ਦ 16th ਸੈਂਚਰੀ। ਸੋ ਉਸ ਸਮੇਂ ਦਾ ਜਿਹੜਾ ਸਮਾਜ ਸੀ ਉਹ ਮੁੱਖ ਰੂਪ ਦੇ ਵਿੱਚ ਦੋ ਧਰਮਾਂ ਦੇ ਲੋਕਾਂ ਦੇ ਵਿੱਚ ਵੰਡਿਆ ਹੋਇਆ ਸੀ। ਇੱਕ ਸੀ ਹਿੰਦੂ ਧਰਮ ਤੇ ਦੂਜਾ ਸੀ ਮੁਸਲਿਮ ਧਰਮ। ਸੋ ਜਿਹੜੇ ਮੁਸਲਿਮ ਧਰਮ ਜਾਂ ਇਸਲਾਮ ਧਰਮ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਇਸਲਾਮਿਕ ਸਮਾਜ ਸੀ ਜਾਂ ਮੁਸਲਿਮ ਸਮਾਜ ਸੀ ਉਹ ਤਿੰਨ ਸ਼੍ਰੇਣੀਆਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਵੰਡਿਆ ਹੋਇਆ ਸੀਗਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਸੀ ਉੱਚ ਸ਼੍ਰੇਣੀ ਜਾਂ ਉੱਚੀ ਸ਼੍ਰੇਣੀ, ਦੂਸਰੀ ਸੀ ਮਿਡਲ ਕਲਾਸ ਮੱਧ ਸ਼੍ਰੇਣੀ ਤੇ ਤੀਸਰੀ ਸੀ ਲੋਅਰ ਕਲਾਸ। ਸੋ ਜੇ ਉੱਚੀ ਸ਼੍ਰੇਣੀ ਜਾਂ ਅਪਰ ਕਲਾਸ ਦੀ ਜੇ ਆਪਾਂ ਗੱਲ ਕਰਦੇ ਆ ਤੇ ਅਪਰ ਕਲਾਸ ਦੇ ਵਿੱਚ ਕੌਣ ਆਉਂਦੇ ਸੀ? ਅਪਰ ਕਲਾਸ ਦੇ ਵਿੱਚ ਵੱਡੇ ਵੱਡੇ ਸਰਦਾਰ ਆਉਂਦੇ ਸੀਗੇ, ਇਕਤਾਦਾਰ ਆਉਂਦੇ ਸੀ, ਉਲੇਮਾ ਆਉਂਦੇ ਸੀਗੇ। ਇਹ ਸਾਰੇ ਜਿਹੜੇ ਸੀਗੇ ਜਿਹੜੇ ਕਿ ਜਿਨ੍ਹਾਂ ਕੋਲ ਕਿ ਧਨ ਦੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਸੀ, ਬਹੁਤ ਜ਼ਿਆਦਾ ਧਨ ਸੀ। ਇੱਥੇ ਮੈਂ ਦੱਸ ਦਿਆਂ ਕਿ ਇਕਤਾਦਾਰ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਇੱਕ ਨਿਸ਼ਚਿਤ ਜ਼ਮੀਨ ਦਿੱਤੀ ਹੁੰਦੀ ਸੀ ਔਰ ਉਹਨਾਂ ਨੂੰ ਇਹ ਹੱਕ ਹੁੰਦਾ ਸੀ ਉਹ ਉਸ ਇਲਾਕੇ ਦੇ ਵਿੱਚੋਂ ਜਿਹੜਾ ਕਰ ਸੀਗਾ ਉਹ ਇਕੱਠਾ ਕਰਦੇ ਹੁੰਦੇ ਸੀਗੇ ਔਰ ਇਹ ਬਹੁਤ ਜ਼ਿਆਦਾ ਅਮੀਰ ਹੁੰਦੇ ਸੀ। ਉਹਨਾਂ ਇਲਾਕਿਆਂ ਦੇ ਵਿੱਚੋਂ ਲਗਾਨ ਪ੍ਰਾਪਤ ਕਰਨ ਦੀ ਪੂਰੀ ਤਾਕਤ ਇਹਨਾਂ ਕੋਲ ਸੀ। ਇਸੇ ਤਰ੍ਹਾਂ ਜਿਹੜਾ ਉਲੇਮਾ ਹੁੰਦੇ ਸੀਗੇ ਉਹ ਧਾਰਮਿਕ ਨੇਤਾ ਮੰਨੇ ਜਾਂਦੇ ਸੀਗੇ। ਸੋ ਇਹ ਸਾਰੇ ਲੋਕ ਅਪਰ ਸ਼੍ਰੇਣੀ ਜਾਂ ਉੱਚੀ ਸ਼੍ਰੇਣੀ ਦੇ ਵਿੱਚ ਆਉਂਦੇ ਸੀ। ਦੂਜੀ ਸ਼੍ਰੇਣੀ ਮੱਧ ਸ਼੍ਰੇਣੀ ਆਉਂਦੀ ਹੈ, ਜਿਹਦੇ ਵਿੱਚ ਸੈਨਿਕ, ਕਲਰਕ, ਵਪਾਰੀ, ਕਿਸਾਨ ਤੇ ਹੋਰ ਜਿਹੜੇ ਛੋਟੇ-ਮੋਟੇ ਕਰਮਚਾਰੀ ਆ ਉਹ ਸਾਰੇ ਦੇ ਸਾਰੇ ਇਸ ਮਿਡਲ ਕਲਾਸ ਦੇ ਵਿੱਚ ਆਉਂਦੇ ਸੀਗੇ। ਤੇ ਤੀਜੀ ਸ਼੍ਰੇਣੀ ਸੀ ਉਹ ਨੀਵੀਂ ਸ਼੍ਰੇਣੀ ਜਿਹੜੀ ਉਹ ਆ ਜਾਂਦੀ ਹੈ, ਜਿਹਦੇ ਵਿੱਚ ਕਿ ਆਮ ਤੌਰ ਤੇ ਬਹੁਤ ਜ਼ਿਆਦਾ ਜਿਹੜੇ ਗਰੀਬ ਲੋਕ ਸੀਗੇ ਉਹ ਉਹਦੇ ਵਿੱਚ ਸ਼ਾਮਲ ਹੁੰਦੇ ਸੀਗੇ। ਸੋ ਇਹਦੇ ਵਿੱਚ ਜਿਹੜੇ ਜ਼ਿਆਦਾਤਰ ਜੁਲਾਹੇ, ਲੋਹਾਰ, ਸੁਨਾਰ, ਮੋਚੀ, ਇਹ ਸਾਰੇ ਜਿਹੜੇ ਸ਼ਿਲਪਕਾਰ ਛੋਟੇ, ਇਹ ਸਾਰੇ ਜਿਹੜੇ ਲੋਕ ਸੀਗੇ ਇਹ ਇਸ ਸ਼੍ਰੇਣੀ ਦੇ ਵਿੱਚ ਆਉਂਦੇ ਸੀਗੇ। ਸੋ ਇਸ ਤਰ੍ਹਾਂ ਤਿੰਨ ਸ਼੍ਰੇਣੀਆਂ ਜਿਹੜੀਆਂ ਸੀ ਉਹ ਮੁਸਲਮਾਨਾਂ ਦੀਆਂ ਵੰਡੀਆਂ ਹੋਈਆਂ ਸੀ। ਤੇ ਦੂਜੇ ਪਾਸੇ ਜੇ ਆਪਾਂ ਹਿੰਦੂ ਸਮਾਜ ਦੀ ਗੱਲ ਕਰ ਲਈਏ ਤੇ ਹਿੰਦੂ ਸਮਾਜ ਜਿਹੜਾ ਸੀਗਾ ਉਹਨੂੰ ਮੁਸਲਿਮ ਸਮਾਜ ਦੇ ਮੁਕਾਬਲੇ ਦੇ ਵਿੱਚ ਸਹੂਲਤਾਂ ਵੀ ਘੱਟ ਸੀ। ਉਹਨਾਂ ਨੂੰ ਦੂਜੇ ਦਰਜੇ ਦੇ ਲੋਕ ਸਮਝਿਆ ਜਾਂਦਾ ਸੀ ਕਿਉਂਕਿ ਸ਼ਾਸਕ ਵਰਗ ਜਿਹੜਾ ਸੀ ਉਹ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਸੀ, ਮੁਸਲਿਮ ਸਮਾਜ ਨਾਲ ਸੰਬੰਧ ਰੱਖਦਾ ਸੀਗਾ। ਸੋ ਇਸ ਲਈ ਹਿੰਦੂ ਜਿਹੜਾ ਸਮਾਜ ਸੀਗਾ ਉਹਨਾਂ ਨੂੰ ਕਈ ਤਰ੍ਹਾਂ ਦੇ ਕਰ, ਜਿਹਦੇ ਵਿੱਚ ਮੁੱਖ ਰੂਪ ਵਿੱਚ ਜਜ਼ੀਆ ਕਰ ਹੋ ਗਿਆ ਜਾਂ ਧਾਰਮਿਕ ਯਾਤਰਾ ਲਈ ਕਰ ਹੋ ਗਿਆ, ਇਸ ਤਰ੍ਹਾਂ ਦੇ ਕਰ ਵੀ ਦੇਣੇ ਪੈਂਦੇ ਸੀਗੇ। ਹਿੰਦੂ ਸਮਾਜ ਆਪਣੇ ਆਪ ਦੇ ਵਿੱਚ ਜਾਤ ਵਿਵਸਥਾ ਕਰਕੇ ਵੱਖ-ਵੱਖ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਔਰ ਇਸ ਜਾਤ ਪ੍ਰਥਾ ਦੇ ਨੁਕਸਾਨ ਬਹੁਤ ਹਿੰਦੂ ਸਮਾਜ ਨੂੰ ਝੱਲਣੇ ਪਏ ਸੀਗੇ। ਇਸ ਜਾਤ ਪ੍ਰਥਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਭ ਤੋਂ ਉੱਪਰ ਬ੍ਰਾਹਮਣ ਆਉਂਦੇ ਸੀਗੇ, ਉਸ ਤੋਂ ਬਾਅਦ ਖੱਤਰੀ ਆਉਂਦੇ ਸੀ, ਉਸ ਤੋਂ ਬਾਅਦ ਵੈਸ਼ ਆਉਂਦੇ ਸੀ ਤੇ ਉਸ ਤੋਂ ਬਾਅਦ ਸ਼ੂਦਰ ਆਉਂਦੇ ਸੀ। ਔਰ ਇਹ ਮੰਨਿਆ ਜਾਂਦਾ ਸੀ, ਅਸੀਂ +1 ਦੇ ਵਿੱਚ ਵੀ ਇਹ ਡਿਟੇਲ ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜੇ ਪਹਿਲੇ 3 ਕਲਾਸਾਂ ਦੇ ਵਿੱਚ ਆਉਂਦੇ ਸੀਗੇ ਬ੍ਰਾਹਮਣ, ਖੱਤਰੀ ਤੇ ਵੈਸ਼, ਇਹਨਾਂ ਨੂੰ ਮੰਨਿਆ ਜਾਂਦਾ ਸੀਗਾ ਕਿ ਇਹ 2 ਵਾਰ ਜਨਮੇ ਹੋਏ ਜਿਹੜੇ ਮਨੁੱਖ ਆ ਉਹ ਮੰਨਿਆ ਜਾਂਦਾ ਸੀਗਾ। ਹੁਣ ਜਿਹੜੇ ਬ੍ਰਾਹਮਣ ਵਰਗ ਸੀਗਾ ਜਿਹੜਾ ਕਿ ਉੱਚਾ ਵਰਗ ਸੀ ਉਹਦੀ ਵੀ ਉਹ ਅਹਿਮੀਅਤ ਨਹੀਂ ਰਹੀ ਸੀ ਜਿਹੜੀ ਕਿ ਪਹਿਲਾਂ ਹੁੰਦੀ ਸੀ ਔਰ ਇਸੇ ਤਰ੍ਹਾਂ ਦੇ ਹਾਲਾਤ ਖੱਤਰੀਆਂ ਦੇ ਵੀ ਸੀਗੇ। ਸੋ ਇਸ ਤਰ੍ਹਾਂ ਜਿਹੜਾ ਇਸ ਜਾਤ ਪ੍ਰਥਾ ਦੇ ਕਰਕੇ ਜਿਹੜੇ ਅੰਧ ਵਿਸ਼ਵਾਸ ਤੇ ਖੋਖਲੇ ਰੀਤੀ ਰਿਵਾਜ ਉਹ ਵੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਸੀਗੇ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਚੈਪਟਰ ਦੇ ਵਿੱਚ ਵੀ ਅਸੀਂ ਅੱਗੇ ਪੜ੍ਹਾਂਗੇ ਕਿ ਕਿਸ ਤਰ੍ਹਾਂ ਉਸ ਸਮੇਂ ਦਾ ਜਿਹੜਾ ਸਮਾਜ ਸੀਗਾ ਉਹਦੇ ਵਿੱਚ ਖੋਖਲੇ ਰੀਤੀ ਰਿਵਾਜਾਂ ਦੀ ਭਰਮਾਰ ਸੀ। ਸੋ ਉਸ ਤੋਂ ਬਾਅਦ ਜੇ ਅਗਲੀ ਗੱਲ ਕਰੀਏ ਤੇ ਇਸਤਰੀਆਂ ਦੀ ਦਸ਼ਾ ਦੀ ਜੇ ਗੱਲ ਕਰੀਏ ਤੇ ਇਸਤਰੀਆਂ ਦੀ ਜਿਹੜੀ ਦਸ਼ਾ ਸੀ ਉਹ ਬਹੁਤ ਜ਼ਿਆਦਾ ਮਾੜੀ ਸੀ। ਸੋ ਭੋਜਨ ਦੀ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਤੇ ਭੋਜਨ ਉਸ ਸਮੇਂ ਭੋਜਨ ਨੂੰ ਸਵਾਦੀ ਬਣਾਉਣ ਦੇ ਲਈ ਬਹੁਤ ਤਰ੍ਹਾਂ ਦੇ ਜਿਹੜੇ ਮਸਾਲੇ ਸੀ ਉਹ ਵਰਤੇ ਜਾਂਦੇ ਸੀਗੇ ਔਰ ਭੋਜਨ ਨੂੰ ਸਵਾਦੀ ਬਣਾਉਣ ਦੇ ਲਈ, ਭੋਜਨ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦੇ ਲਈ ਮੱਖਣ, ਘਿਓ ਆਦਿ ਵਰਗੀਆਂ ਚੀਜ਼ਾਂ ਜਿਹੜੀਆਂ ਸੀ ਉਹ ਵੀ ਵਰਤੀਆਂ ਜਾਂਦੀਆਂ ਸੀ। ਸੋ ਜੇ ਗੱਲ ਕਰੀਏ ਮਨੋਰੰਜਨ ਦੀ ਤੇ ਉਸ ਸਮੇਂ ਜਿਹੜੇ ਮਨੋਰੰਜਨ ਸੀਗੇ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਸ਼ਿਕਾਰ ਖੇਡਣਾ ਜਾਂ ਘੋੜਸਵਾਰੀ ਕਰਨਾ ਜਾਂ ਪੋਲੋ ਜਿਹਨੂੰ ਚੌਗਾਨ ਵੀ ਕਿਹਾ ਜਾਂਦਾ ਆ ਉਹੋ ਜਿਹਾ ਕੰਮ ਕਰਿਆ ਜਾਂਦਾ ਸੀ ਜਾਂ ਨਾਚ ਗਾਣੇ ਹੁੰਦੇ ਸੀਗੇ, ਸ਼ਤਰੰਜ ਵਗੈਰਾ ਵੀ ਜਿਹੜੀ ਸੀ ਉਸ ਸਮੇਂ ਖੇਲੀ ਜਾਂਦੀ ਸੀ। ਸੋ ਇਹ ਆਮ ਤੌਰ ਤੇ ਉਸ ਸਮੇਂ ਮਨੋਰੰਜਨ ਦੇ ਸਾਧਨ ਹੁੰਦੇ ਸੀ। ਸੋ ਜੇ ਪਹਿਰਾਵੇ ਦੀ ਗੱਲ ਕਰੀਏ, ਡਰੈਸ ਦੀ ਗੱਲ ਕਰੀਏ ਤਾਂ ਉਸ ਸਮੇਂ
ਸੂਤੀ, ਰੇਸ਼ਮੀ ਤੇ ਊਨੀ ਹਰ ਤਰ੍ਹਾਂ ਦੇ ਜਿਹੜੇ ਕੱਪੜੇ ਸੀ ਉਹ ਮੌਸਮ ਦੇ ਹਿਸਾਬ ਦੇ ਨਾਲ ਪਾਏ ਜਾਂਦੇ ਸੀਗੇ। ਹਿੰਦੂ ਜ਼ਿਆਦਾਤਰ ਧੋਤੀ ਲਾਉਂਦੇ ਸੀਗੇ। ਇਸਤਰੀਆਂ ਜਿਹੜੀਆਂ ਸੀ ਲਹਿੰਗਾ ਜਿਹੜੇ ਪਾਉਂਦੇ ਸੀਗੇ, ਚੋਲੀ ਪਾਉਂਦੀਆਂ ਸੀ ਜਾਂ ਬੁਰਕੇ ਵੀ ਪਾਉਂਦੀਆਂ ਸੀ ਜਿਹੜੇ ਮੁਸਲਿਮ ਔਰਤਾਂ ਸੀਗੀਆਂ। ਔਰ ਆਪਣੇ ਆਪ ਨੂੰ ਹਾਰ ਸ਼ਿੰਗਾਰ ਦੇ ਲਈ ਸੋਨੇ, ਚਾਂਦੀ ਤੇ ਜਿਹੜੇ ਕੀਮਤੀ ਪੱਥਰ ਸੀਗੇ ਉਹਨਾਂ ਦੀ ਵੀ ਵਰਤੋਂ ਜਿਹੜੇ ਸੀ ਉਹ ਕਰਦੇ ਸੀ ਆਪਣੇ ਆਪ ਨੂੰ ਸੋਹਣਾ ਦਿਖਾਉਣ ਦੇ ਲਈ। ਸੋ ਇਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਪਹਿਰਾਵਾ ਸੀ ਉਹ ਹੁੰਦਾ ਸੀ। ਤੇ ਜੇ ਗੱਲ ਕਰੀਏ ਸਿੱਖਿਆ ਦੀ, ਤੇ ਸਿੱਖਿਆ ਦਾ ਜਿਹੜਾ ਪੱਧਰ ਸੀ ਉਹ ਕੋਈ ਬਹੁਤਾ ਵਧੀਆ ਨਹੀਂ ਸੀ। ਸਿੱਖਿਆ ਜਿਹੜੀ ਸੀ ਉਹ ਬਹੁਤ ਘੱਟ ਲੋਕਾਂ ਤੱਕ ਹੀ ਸੀਮਿਤ ਸੀ। ਪੜ੍ਹਨ ਵੱਲ ਜਾਂ ਸਿੱਖਿਆ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸੋ ਜੇ ਆਪਾਂ ਗੱਲ ਕਰੀਏ ਇਕਨੋਮਿਕ ਕੰਡੀਸ਼ਨਸ ਦੀ, ਆਰਥਿਕ ਹਾਲਾਤਾਂ ਦੀ ਜੇ ਗੱਲ ਕਰੀਏ, ਤੇ ਆਰਥਿਕ ਹਾਲਾਤ ਜਿਹੜੇ ਸੀਗੇ, ਭਾਵੇਂ ਕਿ ਪੰਜਾਬ ਜਿਹੜਾ ਸੀਗਾ ਉਹ ਬਹੁਤ ਹੀ ਉਪਜਾਊ ਭੂਮੀ ਵਾਲਾ ਦੇਸ਼ ਸੀਗਾ ਔਰ ਇਸ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਸੀਗੇ ਉਹ ਖੁਸ਼ਹਾਲ ਸੀ। ਪੰਜਾਬ ਦੀ ਉਪਜਾਊ ਮਿੱਟੀ ਹੋਣ ਕਰਕੇ ਮੁੱਖ ਧੰਦਾ ਖੇਤੀਬਾੜੀ ਸੀ ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਬੀਜੀਆਂ ਜਾਂਦੀਆਂ ਸੀ, ਜਿਨ੍ਹਾਂ ਵਿੱਚ ਕਣਕ, ਚੌਲ, ਮੱਕੀ, ਬਾਜਰਾ, ਜਵਾਰ, ਕਪਾਹ ਇਹ ਮੁੱਖ ਫਸਲਾਂ ਹੁੰਦੀਆਂ ਸੀ ਜਿਹੜੀਆਂ ਕਿ ਉਸ ਸਮੇਂ ਬੀਜੀਆਂ ਜਾਂਦੀਆਂ ਸੀ। ਖੇਤੀਬਾੜੀ ਤੋਂ ਇਲਾਵਾ ਹੋਰ ਜਿਹੜੇ ਧੰਦੇ ਸੀਗੇ ਉਹਦੇ ਵਿੱਚ ਪਸ਼ੂ ਪਾਲਣ ਜਿਹੜਾ ਉਹ ਮੁੱਖ ਧੰਦਾ ਮੰਨਿਆ ਜਾਂਦਾ ਸੀਗਾ। ਇਸ ਤੋਂ ਇਲਾਵਾ ਜਿਸ ਤਰ੍ਹਾਂ ਤਰਖਾਣ ਸੀ, ਲੋਹਾਰ ਸੀ, ਜੁਲਾਹੇ, ਨਾਈ, ਇਹ ਜਿਹੜੇ ਸੀ ਛੋਟੇ ਮੋਟੇ ਕੰਮ ਇਹ ਵੀ ਜਿਹੜੇ ਸੀ ਕੀਤੇ ਜਾਂਦੇ ਸੀਗੇ। ਤੇ ਇਸ ਤੋਂ ਇਲਾਵਾ ਜਿਹੜੇ ਮੁੱਖ ਵਪਾਰਕ ਕੇਂਦਰ ਸੀ 16ਵੀਂ ਸਦੀ ਦੇ ਵਿੱਚ ਉਹ ਲਾਹੌਰ, ਮੁਲਤਾਨ, ਸਿਆਲਕੋਟ, ਸਰਹੰਦ, ਪਿਸ਼ਾਵਰ, ਦਿੱਲੀ ਆਦਿ ਸਨ। ਸੋ ਜੇ ਆਪਾਂ ਧਾਰਮਿਕ ਹਾਲਾਤਾਂ ਦੀ ਗੱਲ ਕਰੀਏ, ਹਿੰਦੂ ਧਰਮ ਦੇ ਵਿੱਚ ਉਸ ਸਮੇਂ ਮੁੱਖ ਰੂਪ ਵਿੱਚ 3 ਸ਼ਾਖਾਵਾਂ ਵਿੱਚ ਜਾਂ 3 ਸੰਪਰਦਾਇਆਂ ਦੇ ਵਿੱਚ ਹਿੰਦੂ ਧਰਮ ਵੰਡਿਆ ਹੋਇਆ ਸੀਗਾ। ਪਹਿਲਾ ਸੀਗਾ ਸ਼ੈਵ ਮਤ, ਜਿਹੜੇ ਕਿ ਸ਼ਿਵ ਜੀ ਨੂੰ ਮੰਨਣ ਵਾਲੇ ਸੀ, ਉਹਨਾਂ ਨੂੰ ਸ਼ੈਵ ਮਤ ਵਾਲੇ ਕਿਹਾ ਜਾਂਦਾ ਸੀਗਾ। ਦੂਸਰਾ ਸੀ ਵੈਸ਼ਨਵ ਮਤ, ਜਿਹੜੇ ਕਿ ਵਿਸ਼ਨੂੰ ਭਗਵਾਨ ਨੂੰ ਮੰਨਦੇ ਸੀਗੇ, ਉਹਨਾਂ ਨੂੰ ਵੈਸ਼ਨਵ ਮਤ ਵਾਲੇ ਕਿਹਾ ਜਾਂਦਾ ਸੀ। ਤੇ ਤੀਸਰਾ ਸੀ ਸ਼ਕਤੀ ਮਤ, ਜਿਹੜੇ ਕਿ ਸ਼ਕਤੀ ਦੀਆਂ ਦੇਵੀਆਂ ਨੂੰ ਪੂਜਾ ਕਰਦੇ ਸੀਗੇ। ਇਸ ਤੋਂ ਇਲਾਵਾ ਸਮਾਜ ਦੇ ਵਿੱਚ ਬੁੱਧ ਧਰਮ ਤੇ ਜੈਨ ਧਰਮ ਦੇ ਲੋਕ ਵੀ ਮੌਜੂਦ ਸੀ, ਪਰ ਇਹਨਾਂ ਦੀ ਗਿਣਤੀ ਬਹੁਤ ਘੱਟ ਸੀ। ਤੇ ਦੂਸਰਾ ਜਿਹੜਾ ਮੁੱਖ ਧਰਮ ਸੀਗਾ ਉਹ ਸੀ ਇਸਲਾਮ ਧਰਮ, ਜਿਹੜਾ ਕਿ ਸ਼ਾਸਕ ਵਰਗ ਦਾ ਧਰਮ ਵੀ ਸੀਗਾ। ਸੋ ਇਸਲਾਮ ਧਰਮ ਦੀ ਜੇ ਗੱਲ ਕਰੀਏ ਤੇ ਇਸਲਾਮ ਧਰਮ ਵੀ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀਗਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੇ ਸੀਗੇ ਸੁੰਨੀ ਮੁਸਲਮਾਨ। ਸੋ ਇਹ ਜਿਹੜੇ ਸੁੰਨੀ ਮੁਸਲਮਾਨ ਸੀ ਇਹ ਬਹੁਤ ਹੀ ਜ਼ਿਆਦਾ ਕੱਟੜ ਮੁਸਲਮਾਨ ਮੰਨੇ ਜਾਂਦੇ ਸੀਗੇ। ਸੋ ਇਹ ਜਿਹੜੇ ਸੀਗੇ ਹਜ਼ਰਤ ਮੁਹੰਮਦ ਨੂੰ ਆਪਣਾ ਜਿਹੜਾ ਅੰਤਮ ਪੈਗੰਬਰ ਮੰਨਦੇ ਸੀਗੇ ਔਰ ਜਿੰਨੇ ਵੀ ਸ਼ਾਸਕ ਰਹੇ ਆ ਦਿੱਲੀ ਉੱਤੇ ਉਹ ਜ਼ਿਆਦਾਤਰ ਸੁੰਨੀ ਮੁਸਲਮਾਨ ਹੀ ਰਹੇ ਆ। ਦੂਸਰੇ ਜਿਹੜੇ ਮੁਸਲਮਾਨ ਸ਼ੀਆ ਮੁਸਲਮਾਨ ਮੰਨੇ ਜਾਂਦੇ ਸੀਗੇ। ਫਰਕ ਇਹਨਾਂ ਵਿੱਚ ਸਿਰਫ ਇਹੀ ਸੀਗਾ ਕਿ ਇਹ ਹਜ਼ਰਤ ਮੁਹੰਮਦ ਤੋਂ ਇਲਾਵਾ ਜਿਹੜੇ ਫਾਤਿਮਾ ਤੇ ਜਿਹੜੇ ਅਲੀ ਦੇ ਵੰਸ਼ ਦੇ ਵਿੱਚ ਜਿਹੜੇ 12 ਇਮਾਮ ਸੀ ਉਹਨਾਂ ਨੂੰ ਵੀ ਆਪਣੇ ਜਿਹੜੇ ਧਾਰਮਿਕ ਨੇਤਾ ਸੀ ਉਹ ਮੰਨਦੇ ਸੀਗੇ। ਇਹ ਮੁਹਰਮ ਵੀ ਜਿਹੜਾ ਮਨਾਉਂਦੇ ਸੀਗੇ। ਇਸ ਤੋਂ ਇਲਾਵਾ ਜਿਹੜੀ ਤੀਸਰੀ ਮਹੱਤਵਪੂਰਨ ਸ਼੍ਰੇਣੀ ਸੀ ਉਹ ਸੀ ਸੂਫੀ ਮਤ ਵਾਲੇ। ਸੋ ਸੂਫੀ ਮਤ ਵਾਲੇ ਜਿਹੜੇ ਸੀਗੇ ਇਹ ਖਾਸ ਤੌਰ ਤੇ ਮੁਸਲਿਮ ਧਰਮ ਜਾਂ ਇਸਲਾਮ ਧਰਮ ਦੇ ਵਿੱਚ ਜਿਹੜੀਆਂ ਗਿਰਾਵਟਾਂ ਆ ਗਈਆਂ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਇੱਕ ਕੰਮ ਕਰਦੇ ਸੀਗੇ। ਸੋ ਜੇ ਆਪਾਂ ਸੂਫੀ ਮਤ ਦੀ ਗੱਲ ਕਰੀਏ ਤਾਂ ਸੂਫੀ ਮਤ ਦੇ ਵਿੱਚ ਸ਼ੇਖ ਫਰੀਦ ਜੀ ਜਿਹੜੇ ਸੀਗੇ ਉਹ ਬੜੇ ਮਹਾਨ ਸੰਤ ਮੰਨੇ ਗਏ ਆ ਔਰ ਇੱਥੋਂ ਤੱਕ ਕਿ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਾਮਲ ਕੀਤੀ ਗਈ ਹੈ। ਸੋ 16ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਿਹੜੇ ਸੂਫੀ ਸੀ ਉਹ ਮੁੱਖ ਰੂਪ ਦੇ ਵਿੱਚ 12 ਉਪ ਸੰਪਰਦਾਇਆਂ ਵਿੱਚ ਵੰਡੇ ਗਏ ਸੀ, ਜਿਨ੍ਹਾਂ ਨੂੰ ਸਿਲਸਿਲੇ ਵੀ ਕਿਹਾ ਜਾਂਦਾ ਸੀਗਾ। ਸੋ ਇਹਨਾਂ ਵਿੱਚੋਂ ਜਿਹੜੇ ਚਿਸ਼ਤੀ ਸਿਲਸਿਲੇ ਸੀਗੇ ਉਹ ਭਾਰਤ ਦੇ ਵਿੱਚ ਜ਼ਿਆਦਾ ਅਹਿਮੀਅਤ ਰੱਖਦੇ ਸੀਗੇ। ਸੋ ਇਹਨਾਂ ਦੇ ਵਿੱਚ ਖਵਾਜਾ ਮੋਇਨੂਦੀਨ ਚਿਸ਼ਤੀ, ਸ਼ੇਖ ਫਰੀਦੁਦੀਨ ਚਿਸ਼ਤੀ ਤੇ ਹਜ਼ਰਤ ਨਿਜ਼ਾਮੁਦੀਨ ਔਲੀਆ ਜਿਹੜੇ ਸੀਗੇ ਇਸ ਸੰਪਰਦਾਇ ਦੇ ਮੁੱਖ ਸੰਤ ਜਿਹੜੇ ਆ ਉਹ ਮੰਨੇ ਜਾਂਦੇ ਸੀਗੇ। ਇਸ ਤੋਂ ਇਲਾਵਾ ਜਿਹੜੇ ਸੁਹਰਾਵਾਦੀ ਸਿਲਸਿਲੇ ਸੀਗੇ ਉਹਦੇ ਮੁੱਖ ਸੰਤ ਦੇ ਵਿੱਚ ਸ਼ੇਖ ਸਮਾਉਦੀਨ ਤੇ ਸ਼ੇਖ ਜ਼ਮਾਲੀ ਜਿਹੜੇ ਉਹ ਮੁੱਖ ਸੰਤ ਮੰਨੇ ਜਾਂਦੇ ਸੀਗੇ। ਸੋ ਇਸ ਤੋਂ ਇਲਾਵਾ ਕਾਦਰੀ ਸਿਲਸਿਲੇ ਦੇ ਲੋਕ ਵੀ ਜਿਹੜੇ ਕੁਝ ਹੱਦ ਤੱਕ ਭਾਰਤ ਦੇ ਵਿੱਚ ਮੌਜੂਦ ਸੀਗੇ, ਜਿਹਦਾ ਕਿ ਮੁੱਖ ਕੇਂਦਰ ਲਾਹੌਰ ਤੇ ਮੁਲਤਾਨ ਦੇ ਵਿੱਚ ਇਹਨਾਂ ਦੇ ਮੁੱਖ ਕੇਂਦਰ ਸੀਗੇ। ਸੋ ਹੁਣ ਆਪਾਂ ਜਿਹੜਾ ਟੌਪਿਕ ਆ ਉਹਦੀ ਦੁਹਰਾਈ ਇੱਕ ਵਾਰੀ ਫੇਰ ਕਰ ਲਈਏ।
ਸੋ ਪਹਿਲਾ ਸਵਾਲ ਹੈ ਕਿ 16ਵੀਂ ਸਦੀ ਵਿੱਚ ਜ਼ਿਆਦਾਤਰ ਅਧਿਕਾਰੀ ਭ੍ਰਸ਼ਟ ਹੋ ਚੁੱਕੇ ਸੀ। ਕੀ ਇਹ ਸਹੀ ਹੈ ਜਾਂ ਗਲਤ? ਸੋ ਇਹ ਬਿਲਕੁਲ ਸਹੀ ਗੱਲ ਆ। ਅਗਲਾ ਸਵਾਲ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ ਪਾਪਾ ਦੀ ਜੰਜ ਨਾਲ ਕੀਤੀ? ਸੋ ਬਾਬਰ ਦਾ ਜਿਹੜਾ ਤੀਸਰਾ ਹਮਲਾ ਸੀ ਉਹਦੀ ਤੁਲਨਾ ਗੁਰੂ ਨਾਨਕ ਦੇਵ ਜੀ ਨੇ ਪਾਪਾ ਦੀ ਜੰਜ ਜਾਂ ਪਾਪਾ ਦੀ ਬਰਾਤ ਦੇ ਨਾਲ ਕੀਤੀ ਸੀ। ਅਗਲਾ ਸਵਾਲ ਹੈ 16ਵੀਂ ਸਦੀ ਵਿੱਚ ਇਸਤਰੀਆਂ ਦੇ ਹਾਲਾਤ ਬਹੁਤ ਡੈਸ਼ ਸੀ। ਸੋ ਉਸ ਸਮੇਂ ਇਸਤਰੀਆਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ। ਅਗਲਾ ਸਵਾਲ, ਪੰਜਾਬ ਦੇ ਉਹ ਕਿਹੜੇ ਪ੍ਰਮੁੱਖ ਸੂਫੀ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ? ਸੋ ਸ਼ੇਖ ਫਰੀਦ ਜੀ ਦੀ ਬਾਣੀ ਜਿਹੜੀ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋ ਇਸ ਦੇ ਨਾਲ ਹੀ ਸਾਡਾ ਇਹ ਚੈਪਟਰ ਹੈ ਇਹ ਖਤਮ ਹੁੰਦਾ ਹੈ। ਥੈਂਕਸ।